Hello dear students. Today we will discuss about the simple permanent tissues. Simple permanent tissues ਕੀ ਹੁੰਦੇ ਹਨ? These are of three types. ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ। ਤੁਸੀਂ ਇਹਨਾਂ ਦੇ ਨੇਮਸ ਨੈਕਸਟ ਇਸ ਪੇਜ ਤੇ ਦੇਖ ਸਕਦੇ ਹੋ। ਫਸਟ ਇਜ਼ ਪੈਰਨਕਾਈਮਾ, second is collenchyma, and third is sclerenchyma. Parenchyma, collenchyma and sclerenchyma. ਤੁਹਾਨੂੰ ਇਹ ਕੁਐਸਚਨ ਲਿਖਵਾ ਵੀ ਦਿੱਤਾ ਗਿਆ ਹੈ, ਟਾਈਪਸ ਆਫ ਸਿੰਪਲ ਪਰਮਾਨੈਂਟ ਟਿਸ਼ੂ। ਸੋ ਇਸ ਦੇ ਬਾਰੇ ਥੋੜ੍ਹਾ ਡਿਸਕਸ ਕਰਾਂਗੇ ਕਿ ਇਹ ਕੀ ਹੁੰਦੇ ਹਨ। A few layers of cell beneath the epidermis are generally simple permanent tissue. Parenchyma is the most common permanent tissue. Parenchyma tissue ਕਿਸ ਤਰ੍ਹਾਂ ਹੈ, ਜਿਸ ਤਰ੍ਹਾਂ ਅਸੀਂ ਇੱਕ ਲੀਫ ਦੀ ਸਟਰਕਚਰ ਦੇਖਦੇ ਹਾਂ। ਜਦੋਂ ਇਸ ਨੂੰ ਅਸੀਂ ਮਾਈਕਰੋਸਕੋਪ ਨਾਲ ਦੇਖਾਂਗੇ ਤਾਂ ਸਾਨੂੰ ਇਹਦੇ ਵਿੱਚ ਕੁਛ ਇਸ ਤਰ੍ਹਾਂ ਸੈੱਲ ਨਜ਼ਰ ਆਉਣਗੇ, ਲਾਈਕ ਦਿਸ। ਇਹਨਾਂ ਦੇ ਵਿੱਚ ਕੁਝ ਸਪੇਸ ਵੀ ਹੋਏਗੀ, ਜਿਸ ਨੂੰ ਕਹਿੰਦੇ ਹਨ ਇੰਟਰ ਸੈਲੂਲਰ ਸਪੇਸ। ਸੋ ਇਹ ਜਿਹੜੇ simple tissue ਹਨ, combination of cell is called tissue. It consists of relatively unspecialized cell with a thin walls. They are living cells. They are usually loosely arranged. Thus large space between cells ਜਿਸ ਨੂੰ ਕੀ ਕਿਹਾ ਗਿਆ, ਇੰਟਰਸੈਲੂਲਰ ਸਪੇਸ ਆਰ ਫਾਊਂਡ ਇਨ ਦਿਸ ਟਿਸ਼ੂ। ਇਸ ਟਿਸ਼ੂ ਦੇ ਵਿੱਚ, ਪੈਰਨਕਾਈਮਾ ਦੇ ਵਿੱਚ ਤੁਸੀਂ ਸਪੇਸ ਵੀ ਹੋਏਗੀ, ਲਾਰਜ ਇੰਟਰਸੈਲੂਲਰ ਸਪੇਸ ਵੀ ਹੋਏਗੀ। ਇਹ ਸਿੰਪਲ ਟਿਸ਼ੂ ਹੈ ਜਿਸ ਤੋਂ ਪਲਾਂਟ ਹੈ ਜਿਹੜਾ ਬਣਦਾ ਸਟਾਰਟ ਹੁੰਦਾ ਹੈ। This tissue generally stores food. ਇਸ ਦਾ ਫੰਕਸ਼ਨ ਕੀ ਹੈ? This tissue generally stored food. ਇਹ ਫੂਡ ਸਟੋਰ ਕਰਦਾ ਹੈ। In some situations, ਕਈ ਸਿਚੁਏਸ਼ਨ ਦੇ ਵਿੱਚ it contains chlorophyll and perform photosynthesis. ਕਈਆਂ ਦੇ ਵਿੱਚ ਕਲੋਰੋਫਿਲ ਵੀ ਇਹ ਸਟੋਰ ਕਰ ਲੈਂਦਾ ਹੈ। Then this tissue is called sclerenchyma. ਤੇ ਜਿਹੜੀ ਸੈਕਿੰਡ ਵੈਰਾਈਟੀ ਹੈ, ਜਸ ਇੱਕ ਹੋਰ ਪੁਆਇੰਟ ਨੋਟ ਕਰ ਲਓ, ਇਨ ਇਕੁਐਟਿਕ ਪਲਾਂਟਸ, ਜਿਹੜੇ ਪਾਣੀ ਵਿਚਲੇ ਪੌਦੇ ਹਨ, ਲਾਰਜ ਏਅਰ ਕੈਵਿਟੀਜ਼ ਆਰ ਪ੍ਰੈਜੈਂਟ ਇਨ ਪੈਰਨਕਾਈਮਾ ਟਿਸ਼ੂ ਦੇ ਵਿੱਚ ਇੱਕ ਕੈਵਿਟੀਜ਼ ਹੁੰਦੀਆਂ ਨੇ ਟੂ ਹੈਲਪ ਦੈਮ ਫਲੋਟ, ਜਿਸ ਦੇ ਕਰਕੇ ਉਹ ਪਾਣੀ ਦੇ ਉੱਤੇ ਪੌਦੇ ਤਰਦੇ ਰਹਿੰਦੇ ਹਨ। ਸੱਚ ਪੈਰਨਕਾਈਮਾ ਟਾਈਪ ਇਜ਼ ਕਾਲਡ ਐਰਨਕਾਈਮਾ। ਤਾਂ ਉਸ ਕਿਸਮ ਦੇ ਪੈਰਨਕਾਈਮਾ ਟਿਸ਼ੂ ਨੂੰ ਐਰਨਕਾਈਮਾ ਕਿਹਾ ਜਾਂਦਾ ਹੈ। ਸੈਕਿੰਡ ਹੈ ਕੋਲਨਕਾਈਮਾ। ਇਸ ਦਾ ਫੰਕਸ਼ਨ ਕੀ ਹੈ? ਦੀ ਫਲੈਕਸੀਬਿਲਿਟੀ ਇਨ ਪਲਾਂਟ ਇਜ਼ ਡਿਊ ਟੂ ਅਨਦਰ ਪਰਮਾਨੈਂਟ ਟਿਸ਼ੂ ਕੋਲਨਕਾਈਮਾ। ਜਿੰਨੀ ਫਲੈਕਸੀਬਿਲਿਟੀ ਹੈ, ਜਿਸ ਨਾਲ ਟਾਹਣੀਆਂ ਮੁੜਦੀਆਂ ਹਨ, ਪੱਤੇ ਬੈਂਡ ਹੁੰਦੇ ਹਨ, ਫਲੈਕਸੀਬਿਲਿਟੀ ਜਿੰਨੀ ਵੀ ਹੈ ਪਲਾਂਟ ਦੇ ਵਿੱਚ, ਉਹ ਇਸ ਟਿਸ਼ੂ ਕਰਕੇ ਹੈ। ਇਟ ਅਲਾਉਜ਼ ਬੈਂਡਿੰਗ ਆਫ ਵੇਰੀਅਸ ਪਾਰਟਸ ਆਫ ਪਲਾਂਟ ਲਾਈਕ ਟੈਂਡਰਲਸ ਜੋ ਪੌਦਿਆਂ ਦੇ ਅੱਗੇ ਨਿਕਲਦੀਆਂ ਹਨ, ਬਰੀਕ ਸਪਰਿੰਗ ਲਾਈਕ, ਇੱਕ ਜਿਵੇਂ ਤਾਗੇ ਵਰਗਾ ਹੁੰਦਾ ਸਪਰਿੰਗ ਲਾਈਕ, ਉਸ ਤਰ੍ਹਾਂ ਇਨਕਰੀਜ਼ ਕਰਦੀਆਂ ਨੇ
ਤੁਸੀਂ ਆਮ ਤੌਰ 'ਤੇ ਇਹ ਬੇਲਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਦੇਖ ਸਕਦੇ ਹੋ ਜੋ ਅੱਗੇ ਸਟੈਮਸ ਆਫ ਕਲਿੰਬਰ ਵਿਦਾਊਟ ਬ੍ਰੇਕਿੰਗ, ਜਿਹੜੇ ਕਲਿੰਬ ਕਰ ਜਾਂਦੀਆਂ ਨੇ, ਜਕੜ ਲੈਂਦੀਆਂ ਨੇ ਅਤੇ ਅੱਗੇ ਵਧਣ ਦਿੰਦੀਆਂ ਹਨ ਪੌਦੇ ਨੂੰ। ਇਟ ਆਲਸੋ ਪ੍ਰੋਵਾਈਡਸ ਮਕੈਨੀਕਲ ਸਪੋਰਟ, ਅਤੇ ਪੌਦੇ ਨੂੰ ਮਕੈਨੀਕਲ ਸਪੋਰਟ ਵੀ ਦਿੰਦੀਆਂ ਹਨ ਅੱਗੇ ਵਧਣ ਲਈ, ਅੱਗੇ ਚੜ੍ਹਨ ਲਈ। We can find this tissue in leaf stack below the epidermis। ਐਪੀਡਰਮਿਸ ਦੇ ਨੀਚੇ ਇਹ ਹੁੰਦੀਆਂ ਹਨ ਜੋ ਪੌਦੇ ਨੂੰ ਅੱਗੇ ਵਧਣ ਦੇ ਵਿੱਚ ਹੈਲਪ ਕਰਦੀਆਂ ਹਨ ਅਤੇ ਫਲੈਕਸੀਬਿਲਿਟੀ ਪ੍ਰੋਵਾਈਡ ਕਰਦੀਆਂ ਹਨ। ਤੀਸਰਾ ਹੈ ਜਿਹੜਾ ਸਕਲੈਰਨਕਾਈਮਾ। ਯੈਟ ਅਨਦਰ ਟਾਈਪ ਆਫ ਪਰਮਾਨੈਂਟ ਟਿਸ਼ੂ, ਇਹ ਵੀ ਇੱਕ ਸਿੰਪਲ ਪਰਮਾਨੈਂਟ ਟਿਸ਼ੂ ਦੀ ਟਾਈਪ ਹੈ। ਇਟ ਇਜ਼ ਦੀ ਟਿਸ਼ੂ ਵਿਚ ਮੇਕਸ ਦੀ ਪਲਾਂਟ ਹਾਰਡ ਐਂਡ ਸਟਿਫ, ਜਿਹੜਾ ਪਲਾਂਟ ਨੂੰ ਹਾਰਡ ਬਣਾ ਦਿੰਦਾ ਹੈ, ਸਖਤ ਬਣਾ ਦਿੰਦਾ ਹੈ। ਜਿਵੇਂ ਐਜ਼ ਵੀ ਸੀਨ ਦੀ ਹਸਕ ਆਫ ਕੋਕੋਨਟ, ਜਿਵੇਂ ਨਾਰੀਅਲ ਦੇ ਬਾਹਰਲਾ ਜੋ ਉਸ ਦਾ ਕਵਰਿੰਗ ਹੈ ਉਹ ਬੜੀ ਹਾਰਡ ਹੈ, ਉਹ ਕਿਸ ਟਿਸ਼ੂ ਕਰਕੇ ਹੈ? ਸਕਲੈਰਨਕਾਈਮਾ ਕਰਕੇ। It is made of sclerenchymatous tissue. The cell of this tissue are dead, ਇਸ ਦੇ dead cell ਹੁੰਦੇ ਹਨ। They are long and narrow as the wall are thickened due to lignin। ਜਿਵੇਂ ਹੀ it protects, often these walls are so thick, ਇਹ walls ਇੰਨੀਆਂ thick ਹੋ ਜਾਂਦੀਆਂ ਹਨ that there is no internal space inside the cell, ਕਿ ਸੈੱਲਾਂ ਦੇ ਵਿੱਚ ਇੰਟਰਨਲ ਸਪੇਸ ਘੱਟ ਜਾਂਦੀ ਹੈ। ਜਿੰਨੀ ਇੰਟਰਨਲ ਸਪੇਸ ਘੱਟ ਜਾਂਦੀ ਹੈ, ਲੈਸ ਦੀ ਇੰਟਰਨਲ ਸਪੇਸ ਸੋ ਗ੍ਰੇਟਰ ਦੀ ਸਟਰੈਂਥ, ਉਨੀ ਹੀ ਸਟਰੈਂਥ ਵੱਧ ਜਾਂਦੀ ਹੈ। ਦਿਸ ਟਿਸ਼ੂ ਇਜ਼ ਪ੍ਰੈਜੈਂਟ ਇਨ ਸਟੈਮਸ ਅਰਾਊਂਡ vascular bundles in the beans of leaves and in the hard covering of seeds and nuts। ਜੋ ਹਾਰਡ ਕਵਰਿੰਗ ਹੈ ਨਟਸ ਦੀ, ਜਿੰਨੇ ਹੈਗੇ ਐਲਮੰਡ ਲਾ ਲਓ, ਉਹ ਇਸ ਟਿਸ਼ੂ ਨਾਲ ਹੁੰਦੀ ਹੈ। ਇਟ ਪ੍ਰੋਵਾਈਡ ਸਟਰੈਂਥ ਟੂ ਦਾ ਪਲਾਂਟ ਪਾਰਟਸ, ਅਤੇ ਪਲਾਂਟਸ ਦੇ ਪਾਰਟ ਨੂੰ ਸਟਰੈਂਥ ਦਿੰਦੀ ਹੈ। ਇੱਥੇ ਇੱਕ ਦੋ ਚੀਜ਼ਾਂ ਤੁਸੀਂ ਹੋਰ ਯਾਦ ਰੱਖਣੀਆਂ ਹਨ ਬੇਟੇ। ਵਨ ਆਫ ਦੈਮ ਇਜ਼ ਸਟੋਮੇਟਾ। ਕੀ ਹੈ ਸਟੋਮੇਟਾ? ਵੀ ਕੈਨ observe small pores here and there in the epidermis of the leaf। ਪੱਤੇ ਦੇ ਐਪੀਡਰਮਿਸ ਦੇ ਵਿੱਚ ਉੱਪਰ ਤੁਸੀਂ ਬਰੀਕ ਸੁਰਾਖ ਦੇਖਦੇ ਹੋ। these pores are called stomata। ਇਸ ਨੂੰ ਸਟੋਮੇਟਾ ਕਿਹਾ ਜਾਂਦਾ ਹੈ। ਇਸ ਦੇ ਕੀ ਫੰਕਸ਼ਨ ਹਨ? ਸਟੋਮੇਟਾ ਆਰ ਇਨਕਲੋਜ਼ਡ ਬਾਈ ਟੂ kidney shaped cell called guard cell। ਸਟੋਮੇਟਾ ਦੋ ਕਿਡਨੀ ਸ਼ੇਪਡ ਸੈੱਲਾਂ ਦੇ ਨਾਲ ਇਨਕਲੋਜ਼ ਹੋਇਆ ਹੁੰਦਾ, ਕਵਰ ਹੋਇਆ ਹੁੰਦਾ, ਜਿਸ ਨੂੰ ਗਾਰਡ ਸੈੱਲ ਕਹਿੰਦੇ ਹਨ। ਇਸ ਦਾ ਫੰਕਸ਼ਨ ਕੀ ਹੈ ਸਟੋਮੇਟਾ ਦਾ? ਇਹ ਕੁਐਸਚਨ ਐਗਜ਼ਾਮ ਦੇ ਲਈ ਵੀ ਇੰਪੋਰਟੈਂਟ ਹੈ। These are necessary for exchanging gases with atmosphere। ਇਹ ਐਟਮੋਸਫੀਅਰ ਦੇ ਨਾਲ ਗੈਸ ਐਕਸਚੇਂਜ ਕਰਦਾ ਪੌਦੇ ਲਈ ਡਿਊਰਿੰਗ ਦੀ ਪ੍ਰੋਸੈਸ ਆਫ ਫੋਟੋਸੈਂਥਸਿਸ। ਜਦੋਂ ਫੋਟੋਸੈਂਥਸਿਸ ਪ੍ਰੋਸੈਸ ਹੁੰਦੀ ਹੈ ਤਾਂ ਗੈਸ ਐਕਸਚੇਂਜ ਕਰਦਾ ਹੈ। ਐਟਮੋਸਫੀਅਰ ਤੋਂ ਕਾਰਬਨ ਡਾਈਆਕਸਾਈਡ ਪੌਦੇ ਨੂੰ ਪ੍ਰੋਵਾਈਡ ਕਰਦਾ ਹੈ, ਅਤੇ ਆਕਸੀਜਨ ਹੈ ਜਿਹੜੀ
ਉਹ ਰਿਲੀਜ਼ ਕਰਦਾ ਹੈ। ਸੈਕਿੰਡ, ਇੱਕ ਬੈਨੀਫਿਟ ਕੀ ਹੋ ਗਿਆ, ਦੇ ਆਰ ਨਸੈਸਰੀ ਫਾਰ ਐਕਸਚੇਂਜਿੰਗ ਗੈਸ ਵਿਦ ਐਟਮੋਸਫੀਅਰ। ਐਂਡ ਸੈਕਿੰਡ ਇਜ਼ ਟਰਾਂਸਪੀਰੇਸ਼ਨ। ਟਰਾਂਸਪੀਰੇਸ਼ਨ ਕੀ ਹੁੰਦਾ ਹੈ ਬੇਟੇ, ਇੱਕ ਜੋ ਪੌਦਾ ਹੈ ਉਹ ਸਨਲਾਈਟ ਦੇ ਵਿੱਚ ਉਸ ਦੇ ਵਿੱਚੋਂ ਵਾਟਰ ਵੇਪਰਸ ਨੇ ਜਿਹੜੇ ਅਵੈਪਰੇਟ ਹੁੰਦੇ ਹਨ, ਪਾਣੀ ਹੈ ਜਿਹੜਾ ਅਵੈਪਰੇਟ ਹੁੰਦਾ ਹੈ, ਪਾਣੀ ਨਿਕਲਦਾ ਹੈ। ਸੋ ਰਿਮੂਵਲ ਆਫ ਵਾਟਰ ਵੇਪਰਸ from the plant is called transpiration। ਇੱਥੇ ਡੈਫੀਨੇਸ਼ਨ ਲਿਖੀ ਵੀ ਹੋਈ ਹੈ ਟਰਾਂਸਪੀਰੇਸ਼ਨ ਦੀ ਬਰੈਕਟ ਦੇ ਵਿੱਚ, loss of water in the form of water vapors। ਸੋ ਸਟੋਮਟਾ ਦੇ ਦੋ ਫੰਕਸ਼ਨ ਹਨ, they are necessary for exchanging gases with the atmosphere, and second, transpiration also takes place through stomata। ਟਰਾਂਸਪੀਰੇਸ਼ਨ ਵੀ ਹੈ ਜਿਹੜੀ ਉਹ ਸਟੋਮਟਾ ਕਰ ਹੁੰਦੀ ਹੈ। ਸੋ ਇਹ ਦੋ ਜਿਹੜੇ ਹਨ ਤੁਸੀਂ ਇੱਥੇ ਇਹਨਾਂ ਦਾ ਫੰਕਸ਼ਨ ਯਾਦ ਰੱਖਣਾ ਹੈ, ਸਟੋਮਟਾ ਦਾ ਕੀ ਫੰਕਸ਼ਨ ਹੈ। ਅਤੇ ਨੈਕਸਟ ਟੋਪਿਕ ਹੈ ਜਿਹੜਾ ਉਹ ਹੈ ਕੰਪਲੈਕਸ ਪਰਮਾਨੈਂਟ ਟਿਸ਼ੂ। ਅਸੀਂ ਬਰੀਫਲੀ ਪੜ੍ਹਦੇ ਜਾ ਰਹੇ ਹਾਂ ਕੰਪਲੈਕਸ ਪਰਮਾਨੈਂਟ ਟਿਸ਼ੂ। ਕੰਪਲੈਕਸ ਪਰਮਾਨੈਂਟ ਟਿਸ਼ੂ ਪਲਾਂਟਸ ਦੇ ਵਿੱਚ ਕਿਹੜੇ ਕਿਹੜੇ ਹਨ, ਇਹ ਦੋ ਹਨ ਬੇਟੇ, xylem and phloem। xylem and phloem are the examples of complex tissues। complex tissues। xylem consists of, ਇਸ ਦੇ ਚਾਰ ਪਾਰਟ ਹਨ, ਯਾਦ ਰੱਖਣੇ ਹਨ। xylem consists of basals, tracheild, xylem parenchyma and xylem fibers। ਇਸ ਦੀ ਫਿਗਰ ਤੁਸੀਂ ਨੈਕਸਟ ਪੇਜ 'ਤੇ ਦੇਖ ਸਕਦੇ ਹੋ। ਇਸ ਦੇ ਜੋ ਇਕੱਲੇ ਇਕੱਲੇ ਪਾਰਟ ਹਨ ਉਹ ਦੇਖ ਸਕਦੇ ਹਾਂ। xylem parenchyma, ਇਸ ਦਾ ਫੰਕਸ਼ਨ ਕੀ ਹੈ, ਇਸ ਦਾ ਫੰਕਸ਼ਨ ਕੀ ਹੈ, this allows them to transport water and minerals vertically। ਪਾਣੀ ਅਤੇ ਮਿਨਰਲਸ which are dissolved in water, ਇਹ ਜੜ੍ਹਾਂ ਤੋਂ ਲੈ ਕੇ ਪਾਣੀ ਨੂੰ ਉੱਪਰ ਵੱਲ ਲੈ ਕੇ ਜਾਂਦੇ ਹਨ, ਫਰਾਮ ਰੂਟਸ ਟੂ ਏਰੀਅਲ ਪਾਰਟਸ ਜਾਂ ਅਦਰ ਪਾਰਟਸ ਆਫ ਦਾ ਪਲਾਂਟ। ਕੀ ਲੈ ਕੇ ਜਾਂਦੇ ਹਨ, ਵਾਟਰ ਐਂਡ ਮਿਨਰਲਸ। ਵਾਟਰ ਐਂਡ ਮਿਨਰਲਸ ਜੜ੍ਹਾਂ ਤੋਂ ਲੈ ਕੇ ਉੱਪਰ ਤੱਕ ਨੂੰ ਲੈ ਕੇ ਜਾਂਦੇ ਹਨ। ਅਤੇ ਜਿਹੜਾ ਦੂਸਰਾ ਟਿਸ਼ੂ ਹੈ ਫਲੋਮ, ਇਟ ਇਜ਼ ਮੇਡ ਅਪ ਆਫ 5 ਟਾਈਪਸ ਆਫ ਸੈੱਲ। ਇਹ 5 ਸੈੱਲਾਂ ਦਾ ਬਣਿਆ ਹੁੰਦਾ ਹੈ, ਯਾਦ ਕਰ ਲੈਣਾ। ਸੀਵ ਸੈੱਲ, ਸੀਵ ਟਿਊਬਸ, ਕੰਪੇਨੀਅਨ ਸੈੱਲਸ, ਫੀਲੋਮ ਫਾਈਬਰ ਐਂਡ ਫੀਲੋਮ ਪੈਰਨਕਾਈਮਾ। ਫੀਲੋਮ ਦਾ ਫੰਕਸ਼ਨ ਕੀ ਹੈ, ਜਿਸ ਤਰ੍ਹਾਂ ਜਾਈਲਮ ਰੂਟਸ ਤੋਂ ਲੈ ਕੇ ਅਦਰ ਏਰੀਅਲ ਪਾਰਟ ਤੱਕ ਫੂਡ ਲੈ ਕੇ ਜਾਂਦਾ ਹੈ,
ਜਿਹੜਾ ਫੀਲੋਮ ਹੈ ਜੋ ਭੋਜਨ ਫੋਟੋਸੈਂਥਸਿਸ ਦੌਰਾਨ ਪ੍ਰੋਡਿਊਸ ਹੋਇਆ ਪੱਤਿਆਂ ਦੇ ਵਿੱਚ ਪੱਤਿਆਂ ਤੋਂ ਬਾਕੀ ਪਾਰਟ ਤੱਕ ਲੈ ਕੇ ਜਾਂਦਾ ਹੈ, ਪੱਤਿਆਂ ਤੋਂ ਬਾਕੀ ਪਾਰਟ ਤੱਕ ਲੈ ਕੇ ਜਾਂਦਾ ਹੈ। ਦੋਨਾਂ ਵਿੱਚ ਡਿਫਰੈਂਸ ਕੀ ਹੈ? ਜਾਈਲਮ ਜਿਹੜਾ ਟਿਸ਼ੂ ਹੈ ਉਹ ਜੜ੍ਹਾਂ ਤੋਂ ਵਾਟਰ ਐਂਡ ਮਿਨਰਲਸ ਨੂੰ ਅਦਰ ਪਾਰਟ ਤੱਕ ਲੈ ਕੇ ਜਾਂਦਾ ਹੈ। ਜਾਈਲਮ ਇਜ਼ ਦਾ ਟਿਸ਼ੂ which allows to transport water and minerals from roots to the other aerial parts of the plant। ਤੇ phylum ਕੀ ਹੈ? It provides food prepared during the photosynthesis to the other parts of the plants। ਪੱਤਿਆਂ ਤੋਂ ਲੈ ਕੇ ਅਦਰ ਪਾਰਟਸ ਤੱਕ ਭੋਜਨ ਪਹੁੰਚਾਉਂਦਾ ਹੈ। ਤੇ ਇਸ ਦੇ ਕੰਪੋਨੈਂਟ ਕਿਹੜੇ ਕਿਹੜੇ ਹਨ? ਜ਼ਾਈਲਮ ਕਿਸ ਦਾ ਬਣਿਆ ਹੈ? ਇੱਕ ਵਾਰ ਫੇਰ ਦੇਖ ਲੈਣਾ, ਟਰਾਜੀਲ, ਵੈਸਲਸ, ਜ਼ਾਈਲਮ ਪੈਰਨਕਾਈਮਾ ਐਂਡ ਜ਼ਾਈਲਮ ਫਾਈਬਰ। ਤੇ ਫੀਲੋਮ ਦੇ ਕਿਹੜੇ ਕਿਹੜੇ ਕੌਨਸਟੀਟਿਊਐਂਟਸ ਹਨ? ਕੀ ਤੋਂ ਬਣਿਆ ਹੈ? ਸੀਵ ਟਿਊਬ, ਸੀਵ ਸੈੱਲ, ਕੰਪੇਨੀਅਨ ਸੈੱਲ, ਫੀਲੋਮ ਫਾਈਬਰ ਐਂਡ ਫੀਲੋਮ ਪਾਇਰਨਕਾਈਮਾ। ਇਹ ਇਹਨਾਂ ਦਾ ਬਣਿਆ ਹੋਇਆ ਹੈ। ਇਸ ਤੋਂ ਨੈਕਸਟ ਅਸੀਂ ਇੱਥੇ ਕੁਐਸਚਨ ਵੀ ਹਨ, ਕੰਸਟੀਟਿਊਐਂਟਸ ਆਫ ਫੀਲੋਮ ਹੁਣੇ ਹੀ ਪੜ੍ਹੇ ਹਨ, ਕੰਸਟੀਟਿਊਐਂਟਸ ਆਫ ਜ਼ਾਈਲਮ ਟਿਸ਼ੂ ਵੀ ਯਾਦ ਰੱਖੇ ਹਨ, ਅਤੇ ਨੇਮ ਦੀ ਸਿੰਪਲ ਟਿਸ਼ੂ 3 ਤੁਹਾਨੂੰ ਦੱਸ ਦਿੱਤੇ ਸੀ। ਵੈਕ ਤੁਸੀਂ ਜਾ ਕੇ ਆਪਾਂ ਫਿਰ ਦੇਖ ਸਕਦੇ ਹਾਂ। ਯੈਸ ਇਟ ਇਜ਼ ਪੈਰਨਕਾਈਮਾ, ਕੋਲਨਕਾਈਮਾ ਐਂਡ ਸਕਲੈਰਨਕਾਈਮਾ। ਅਤੇ ਇਸ ਤੋਂ ਨੈਕਸਟ ਹੈ ਜਿਹੜਾ ਇਹ ਪਲਾਂਟ ਟਿਸ਼ੂਜ਼ ਨੇ ਜਿਹੜੇ ਇੱਥੇ ਓਵਰ ਹਨ। ਅਤੇ ਅਗਲਾ ਟੌਪਿਕ ਹੈ ਜਿਹੜਾ ਐਨੀਮਲ ਟਿਸ਼ੂ, ਇਹ ਨੈਕਸਟ ਲੈਕਚਰ ਦੇ ਵਿੱਚ ਕਰਨਾ ਹੈ। ਤਾਂ ਇਸ ਨੂੰ ਧਿਆਨ ਨਾਲ ਯਾਦ ਕਰ ਲੈਣਾ ਹੈ ਬੇਟੇ, ਲਿਖਿਆ ਹੋਇਆ ਹੈ ਤੁਸੀਂ ਆਲਰੇਡੀ, ਕੁਐਸਚਨ ਆਨਸਰ ਵੀ ਪੜ੍ਹ ਲੈਣੇ ਹਨ ਇਸ ਦੇ ਸੰਬੰਧ ਵਿੱਚ। ਥੈਂਕ ਯੂ, ਹੈਵ ਅ ਨਾਈਸ ਡੇ।